ਵੀਡੀਓ ਦੇਖ ਰਹੇ ਸਾਰੇ ਹੀ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਹਰ ਰੋਜ਼ ਇੱਕ ਸਮਾਜ ਦੇ ਰੂਪ ਵਿੱਚ ਆਪਾਂ ਅਖਬਾਰਾਂ, ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਸ ਦੁਆਰਾ ਪੇਸ਼ ਕੀਤੇ ਗਏ ਕਈ ਢੇਰ ਸਾਰੇ ਸੱਚੇ ਅਤੇ ਸੱਚ ਜਾਪਣ ਵਾਲੇ ਕਾਲਪਨਿਕ ਡਰਾਮਿਆਂ ਦਾ ਸੇਵਨ ਕਰਦੇ ਹਾਂ। ਇਨ੍ਹਾਂ ਮਾਧਿਅਮਾਂ ਦੁਆਰਾ ਸੇਵਨ ਕੀਤਾ ਹਰ ਸੱਚ ਸੱਚ ਨਹੀਂ ਹੁੰਦਾ ਅਤੇ ਹਰ ਝੂਠ ਝੂਠ ਨਹੀਂ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਜਦੋਂ ਸਾਨੂੰ ਕਿਸੇ ਉੱਚ ਪ੍ਰੋਫਾਈਲ ਅਪਰਾਧਕ ਕੇਸ ਦੇ ਤਾਜ਼ਾ ਘਟਨਾਕ੍ਰਮ ਦੇ ਮਸਲੇ ਵਿੱਚ ਇੱਕ ਫਰੰਟ ਕਤਾਰ ਸੀਟ ਦਿੱਤੀ ਜਾਂਦੀ ਹੈ ਤਾਂ ਉਸ ਕੇਸ ਦੇ ਫੈਸਲੇ ਨੂੰ ਲੈ ਕੇ ਸਾਡੀ ਦਿਲਚਸਪੀ ਹੋਰ ਵੀ ਵੱਧ ਜਾਂਦੀ ਹੈ। ਅਸੀਂ ਪੇਸ਼ ਕੀਤੇ ਹੋਏ ਸਬੂਤਾਂ ਦੇ ਆਧਾਰ 'ਤੇ ਅੰਦਾਜ਼ੇ ਲਗਾਉਣ ਲੱਗ ਜਾਂਦੇ ਹਾਂ ਅਤੇ ਸਿੱਟੇ ਕੱਢਦੇ ਹੋਏ ਆਪਣੇ ਘਰਾਂ ਦੀ ਸਹੂਲਤ ਤੋਂ ਜੱਜ ਅਤੇ ਜੂਰੀ ਦੇ ਮੈਂਬਰਾਂ ਵਜੋਂ ਕੰਮ ਕਰਨ ਲਈ ਉਤਸੁਕ ਹੋ ਜਾਂਦੇ ਹਾਂ। ਹਰ ਕਹਾਣੀ ਚਾਹੇ ਉਹ ਕਾਲਪਨਿਕ ਹੋਵੇ ਚਾਹੇ ਸੱਚੀ, ਅਸੀਂ ਉਸ ਕਹਾਣੀ ਦੇ ਅੰਤ ਵਿੱਚ ਹਮੇਸ਼ਾ ਉਸ ਇਨਸਾਨ ਨੂੰ ਹੀ ਜਿੱਤਦਾ ਦੇਖਣਾ ਚਾਹੁੰਦੇ ਹਾਂ ਜਿਸ ਨੂੰ ਅਸੀਂ ਠੀਕ ਸਮਝਦੇ ਹੋਈਏ। ਪਰ ਕੌੜਾ ਸੱਚ ਇਹ ਹੈ ਕਿ ਸੱਚਾਈ ਕਈ ਵਾਰ ਆਪਣੇ ਮਾਪਦੰਡਾਂ ਤੋਂ ਅਤੇ ਆਪਣੀ ਸੋਚ ਦੀ ਪਹੁੰਚ ਤੋਂ ਕਈ ਕੋਹਾਂ ਦੂਰ ਹੋ ਕੇ ਗੁਜ਼ਰਦੀ ਹੈ। ਹਰ ਸੱਚ ਨੂੰ ਸਮਝ ਪਾਉਣਾ ਆਪਣੇ ਵੱਸ ਵਿੱਚ ਨਹੀਂ ਹੁੰਦਾ। ਜੇਕਰ ਇੱਦਾਂ ਪੋਸੀਬਲ ਹੁੰਦਾ ਤਾਂ ਇਨਸਾਨ ਕਦੇ ਗਲਤੀ ਹੀ ਨਾ ਕਰਦਾ। ਅਤੇ ਕਿਉਂਕਿ ਆਪਣੇ ਸਮਾਜ ਵਿੱਚ ਇੰਟਰਨੈਟ ਉੱਪਰ ਦਿੱਤੇ ਗਏ ਆਪਣੇ ਇਹਨਾਂ ਸਿੱਟਿਆਂ ਦਾ, ਆਪਣੇ ਇਹਨਾਂ ਫੈਸਲਿਆਂ ਦਾ ਕਦੇ ਐਨਾਲਿਸਿਸ ਨਹੀਂ ਕੀਤਾ ਜਾਂਦਾ, ਆਪਾਂ ਨੂੰ ਕਦੇ ਅਹਿਸਾਸ ਹੀ ਨਹੀਂ ਹੁੰਦਾ ਕਿ ਆਪਣੇ ਅਣਜਾਣਪੁਣੇ ਵਿੱਚ ਕੀਤੀਆਂ ਗਈਆਂ ਆਪਣੀਆਂ ਕਈ ਨਾ ਸਮਝ ਟਿੱਪਣੀਆਂ ਅਸਲ ਜੀਵਨ ਵਿੱਚ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੀ ਤੂਫਾਨ ਲਿਆ ਰਹੀਆਂ ਹੁੰਦੀਆਂ ਨੇ। ਦੋਸਤੋ, ਕਿਸੇ ਇਨਸਾਨ ਦਾ ਇੰਟਰਨੈਟ ਉੱਪਰ ਨੁਕਸਾਨ ਕਰਨਾ ਓਨਾ ਹੀ ਵੱਡਾ ਪਾਪ ਹੈ ਜਿੰਨਾ ਕਿ ਅਸਲ ਜ਼ਿੰਦਗੀ ਵਿੱਚ ਕਿਸੇ ਦਾ ਬੁਰਾ ਕਰ ਦੇਣਾ। ਸੋਸ਼ਲ ਮੀਡੀਆ ਅੱਜ ਇੱਕ ਕਲਚਰ ਬਣ ਚੁੱਕਾ ਹੈ, ਇੱਕ ਸੌਰਟ ਆਫ ਰਿਲੀਜਨ ਬਣ ਚੁੱਕਾ ਹੈ ਅਤੇ ਇਸ ਧਰਮ ਨੂੰ, ਇਸ ਕਲਚਰ ਦੇ ਅਸਰ ਨੂੰ ਸਮਝਣਾ ਅਤੇ ਵਿਚਾਰਨਾ ਬੇਹੱਦ ਲਾਜ਼ਮੀ ਹੈ ਤਾਂ ਕਿ ਆਪਾਂ ਇਸ ਮਾਡਰਨ ਜਗਤ ਦੀਆਂ ਮਾਡਰਨ ਬੁਰਾਈਆਂ ਤੋਂ ਬਚ ਸਕੀਏ। ਆਓ ਸੋਸ਼ਲ ਮੀਡੀਆ ਦੇ ਪ੍ਰਭਾਵ ਨੂੰ ਸਮਝਣ ਲਈ ਆਪਾਂ 2015 ਦੇ ਦੋ ਮਸ਼ਹੂਰ ਘਟਨਾਕ੍ਰਮਾਂ ਉੱਪਰ ਇੱਕ ਨਜ਼ਰ ਮਾਰਦੇ ਹਾਂ। ਇਹ ਦੋਨੋਂ ਕਹਾਣੀਆਂ ਸੱਚੀਆਂ ਹਨ ਪਰ ਕਿਰਦਾਰਾਂ ਦੇ ਨਾਮ ਅਤੇ ਲੋਕੇਸ਼ਨਸ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਪਹਿਲੀ ਕਹਾਣੀ ਹੈ ਮਹਿਕ ਅਤੇ ਰੋਹਨ ਦੀ। 12 ਫਰਵਰੀ 2015 ਨੂੰ ਰਾਤ 8:30 ਵਜੇ ਦੇ ਕਰੀਬ ਮਹਿਕ ਫੇਸਬੁੱਕ ਉੱਪਰ ਇੱਕ ਪੋਸਟ ਸ਼ੇਅਰ ਕਰਦੀ ਹੈ ਜਿਸ ਵਿੱਚ ਲੁਧਿਆਣਾ ਦੇ ਇਸ਼ਮੀਤ ਚੌਂਕ ਵਿੱਚ ਆਪਣੇ ਨਾਲ ਹੋਏ ਇੱਕ ਭਿਆਨਕ ਹਾਦਸੇ ਦਾ ਜ਼ਿਕਰ ਕਰਦੀ ਹੋਈ ਦੱਸਦੀ ਹੈ ਕਿ ਕਿਵੇਂ ਉਸ ਨਾਲ ਇੱਕ ਨੌਜਵਾਨ ਵੱਲੋਂ ਬਦਸਲੂਕੀ ਕੀਤੀ ਗਈ, ਅਪਸ਼ਬਦ ਬੋਲੇ ਗਏ ਅਤੇ ਧਮਕੀਆਂ ਦਿੱਤੀਆਂ ਗਈਆਂ। ਮਹਿਕ ਵੱਲੋਂ ਉਸ ਨੌਜਵਾਨ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ ਜੋ ਉਸਨੇ ਆਪਣੀ ਐਕਟਿਵਾ ਤੋਂ ਬੈਠਿਆਂ ਖਿੱਚੀ ਸੀ। 2012 ਦੇ ਨਿਰਭਇਆ ਮਾਮਲੇ ਤੋਂ ਬਾਅਦ ਲੋਕਾਂ ਦਾ ਗੁੱਸਾ ਸਿਖਰਾਂ 'ਤੇ ਸੀ ਅਤੇ ਫਿਰ ਪੰਜਾਬ ਵਰਗੀ ਪਵਿੱਤਰ ਧਰਤੀ 'ਤੇ ਇਹ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਸੀ ਕਿ ਸਾਡੀਆਂ ਧੀਆਂ ਭੈਣਾਂ ਸਾਡੀਆਂ ਸੜਕਾਂ 'ਤੇ ਆਪਣੇ ਆਪ ਨੂੰ ਸੇਫ ਨਾ ਸਮਝਣ। ਕੁਝ ਕੁ ਪਲਾਂ ਵਿੱਚ ਇਸ ਪੋਸਟ ਨੂੰ ਕਈ ਲੋਕਾਂ ਵੱਲੋਂ ਅੱਗੇ ਸ਼ੇਅਰ ਕਰ ਦਿੱਤਾ ਗਿਆ ਅਤੇ ਕਈ ਲੋਕ ਭਲਾਈ ਕਮੇਟੀਜ਼ ਵੱਲੋਂ, ਧਾਰਮਿਕ ਜਥੇਬੰਦੀਆਂ ਵੱਲੋਂ, ਵਿਮਨ ਐਮਪਾਵਰਮੈਂਟ ਲਈ ਕੰਮ ਕਰ ਰਹੇ NGOs ਵੱਲੋਂ ਮਹਿਕ ਨੂੰ ਇਨਸਾਫ ਦਿਵਾਉਣ ਦੀ ਮੰਗ ਚੱਕੀ ਗਈ ਅਤੇ ਦੇਖਦੇ ਹੀ ਦੇਖਦੇ ਇਹ ਮਸਲਾ ਸਿਆਸੀ ਰੂਪ ਧਾਰਨ ਕਰ ਗਿਆ। ਸੜਕਾਂ ਬੰਦ ਕੀਤੀਆਂ ਗਈਆਂ, ਧਰਨੇ ਦਿੱਤੇ ਗਏ, ਮਹਿਕ ਦੇ ਹੱਕ ਵਿੱਚ ਨਾਅਰੇਬਾਜ਼ੀ ਹੋਈ, ਰੋਹਨ ਦੇ ਘਰ ਦੀ ਭੰਨਤੋੜ ਕੀਤੀ ਗਈ, ਮੁਹੱਲੇ ਵੱਲੋਂ ਰੋਹਨ ਦੇ ਪਰਿਵਾਰ ਦਾ ਬਾਈਕਾਟ ਕਰ ਦਿੱਤਾ ਗਿਆ, ਰੋਹਨ ਉੱਪਰ ਪੁਲਿਸ ਵੱਲੋਂ ਛੇੜਛਾੜ ਦਾ ਮਾਮਲਾ ਦਰਜ ਕੀਤਾ ਗਿਆ। ਸਭ ਦੀਆਂ ਅੱਖਾਂ ਅੰਦਰ ਇੱਕ ਜੰਗ ਜਿੱਤਣ ਦਾ ਹੁਣ ਸਕੂਨ ਸੀ। ਮਹਿਕ ਇੱਕ ਦਲੇਰ ਹੀਰੋ ਵਜੋਂ ਸਾਰੇ ਮਸਲੇ ਵਿੱਚੋਂ ਉੱਭਰ ਕੇ ਸਾਹਮਣੇ ਆਈ ਜਿਸ ਨੂੰ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਲੜਨ ਵਾਲੇ ਇੱਕ ਯੋਧੇ ਵਜੋਂ ਦੇਖਿਆ ਜਾਣ ਲੱਗਾ। ਕਈ ਅਖਬਾਰਾਂ ਅਤੇ ਮੈਗਜ਼ੀਨਸ ਵਿੱਚ ਮਹਿਕ ਦੀ ਬਹਾਦਰੀ ਦੇ ਕਿੱਸੇ ਛਪੇ ਅਤੇ ਦੂਜੇ ਪਾਸੇ ਰੋਹਨ ਨੂੰ ਇੱਕ ਅਜਿਹੇ ਦਰਿੰਦੇ ਵਜੋਂ ਪੇਸ਼ ਕੀਤਾ ਗਿਆ ਜਿਸ ਦਾ ਹੁਣ ਅੰਤ ਹੋ ਚੁੱਕਾ ਸੀ, ਜਿਸ ਦਾ ਇਹ ਦਰਦਨਾਕ ਹਸ਼ਰ ਇਹੋ ਜਿਹੇ ਬਾਕੀ ਕਲਯੁਗੀਆਂ ਲਈ ਇੱਕ ਲੈਸਨ ਸੀ ਅਤੇ ਸਾਰਿਆਂ ਨੂੰ ਉਮੀਦ ਸੀ ਕਿ ਹੁਣ ਦੁਬਾਰਾ ਕੋਈ ਵੀ ਅਜਿਹੀ ਹਰਕਤ ਕਰਨ ਦੀ ਜ਼ਰੂਰਤ ਨਹੀਂ ਕਰੇਗਾ। ਦੂਜੀ ਕਹਾਣੀ ਹੈ ਮੈਰੀ ਨਾਮ ਦੀ ਇੱਕ ਲੇਡੀ ਦੀ। ਮੈਰੀ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਫਿਲੈਡਲਫੀਆ ਸ਼ਹਿਰ ਦੀ ਰਹਿਣ ਵਾਲੀ ਹੈ। ਇੱਕ ਦਿਨ ਆਪਣੀਆਂ ਕੁਝ ਸਹੇਲੀਆਂ ਨਾਲ ਮੈਰੀ ਬਰਚ ਕੌਫੀ ਹਾਊਸ ਵਿੱਚ ਕੌਫੀ ਪੀਣ ਲਈ ਜਾਂਦੀ ਹੈ। ਕੌਫੀ ਹਾਊਸ ਦੀ ਇੱਕ ਕਰਮਚਾਰੀ ਜਿਸ ਦਾ ਨਾਮ ਰੋਜ਼ਲਿਨ ਹੈ ਵੱਲੋਂ ਆਰਡਰ ਲੈਣ ਸਮੇਂ ਮੈਰੀ ਦੇ ਵੇਟ ਦਾ ਆਪਣੀ ਸਾਥੀ ਕਰਮਚਾਰੀ ਸਿਮੋਨ ਨਾਲ ਮਿਲ ਕੇ ਮਜ਼ਾਕ ਉਡਾਇਆ ਗਿਆ। ਪਰ ਇਸ ਗੱਲ 'ਤੇ ਗੁੱਸਾ ਦਿਖਾਉਣ ਦੀ ਬਜਾਏ ਮੈਰੀ ਨੇ ਬਹੁਤ ਹੀ ਸਹਿਜ ਨਾਲ ਕੰਮ ਲੈਂਦੇ ਹੋਏ, ਬਹੁਤ ਸਿਆਣਪ ਨਾਲ ਕੰਮ ਲੈਂਦੇ ਹੋਏ ਦੋਨਾਂ ਨੂੰ, ਮਤਲਬ ਰੋਜ਼ਲਿਨ ਨੂੰ ਅਤੇ ਸਿਮੋਨ ਨੂੰ, ਜਿਨ੍ਹਾਂ ਨੇ ਮੈਰੀ ਦਾ ਮਜ਼ਾਕ ਉਡਾਇਆ ਸੀ,
एक एक कप कॉफ़ी का अपने वालों तोहफे वजों पिलाया। ये सारी कहानी की वार्तालाप मैरी की एक फ्रेंड वालों अपने फेसबुक पेज उपर अपलोड की गई। रातों रात इस पोस्ट ने मैरी नूं पूरे अमेरिका की स्टार बना दिता। जिथे एक पासे मैरी की सियाणप की चर्चा हो रही सी, उत्थे ही लोगों वालों बायकाट बर्च कॉफ़ी हाउस के फेसबुक पेज बनाए गए। गूगल मैप उपर नैगेटिव रिव्यूज़ पाए गए और इस कॉफ़ी हाउस नूं बंद करवाउण की एक मुहिम चलाई गई। सारे सिलसिले का इस कॉफ़ी हाउस की कमाई उपर एक बहुत बुरा असर पिया। दोस्तों, ये कहानियां का वो पार्ट है जिसने रोहन और बर्च कॉफ़ी हाउस नूं एक विलनस की कैटेगरी में खड़े करके रख दिता। मार्क ट्वेन इस उपर कहते हैं कि जद सच अपने शूज़ के लेसिस कस रहा हुंदा है, उदों तक झूठ अद्धी दुनिया का चक्कर ला लैंदा है। आओ हुण इन्हां कहानियां दे दूजे पक्ष नूं विचारदे हां जिसने सामने आउण विच काफ़ी देर कर दित्ती। रोहन 2015 फैबररी तक एक वधिया जॉब करके अपने परिवार का पेट पालदा सी, अपने पिता का इलाज करवाउंदा सी जो काफ़ी अरसे तो बीमार चल रहे सन, अपनी भैन के विआह लई पैसे जोड़ रहा सी ਅਤੇ अपने सुपनिਆਂ की पूर्ति ਲਈ आसबंद हो जिंदगी ਦੀਆਂ सच्चाइयां तो अणजाण अपनी ही दुनिया ਵਿੱਚ ਗਵਾਚਾ ਫਿਰਦਾ ਸੀ। 12 फरवरी 2015 की शाम ਨੂੰ 6:30 ਵਜੇ ਦੇ ਕਰੀਬ ਉਸ ਦੀ ਇੱਕ ਐਕਟਿਵਾ ਚਾਲਕ ਕੁੜੀ ਨਾਲ ਬਹਿਸ ਹੁੰਦੀ ਹੈ ਰੈੱਡ ਲਾਈਟਸ ਦੀ ਕ੍ਰੋਸਿੰਗ ਨੂੰ ਲੈ ਕੇ। ਇੱਕ ਬਹਿਸ ਜੋ ਅਕਸਰ ਆਪਾਂ ਚੌਂਕ ਵਿੱਚ ਕਾਹਲੀ ਕਰ ਰਹੇ ਦੋ ਲੋਕਾਂ ਦਰਮਿਆਨ ਹੁੰਦੀ ਦੇਖਦੇ ਹਾਂ। इस बहस विच वो लड़की रोहन की फोटो खिंच के कहती है कि वो उसनूं हुण किसी नाल बहस करन जोगा नहीं छड्डेगी। तो इस तो बाद कोर्टां कचहरियां विच 3 साल धक्के खाण पिछों भी रोहन नूं इंसाफ तां ही मिलता है क्योंकि एक भला मानस मनुख जो उस वेले दी ये सारी बहस का गवाह सी कोर्ट विच अपनी वाइफ नाल गवाही दिंदा है ते उस दी हाज़री की गवाही चौंक विच लगे CCTV कैमरास की रिकॉर्डिंग तो प्रूव हुंदी है। पर यह देरी की कीमत बहुत भारी चुकाई रोहन ने। परिवार नूं समाज विच जलील होना पिया। रोहन अज 3 साल बाद भी जो नौकरी करता है उसकी कमाई पुरानी जॉब नालों 3 गुणा घट है। कई जॉब्स विचों कढ़िया गया, भैन दे विआह विच भी तकलीफां आईयां, एक शरीफ अते बीमार पिता नूं इंसाफ लई दर दर दीआं ठोकरां खाणीਆਂ पईयां, मां दा घरों बाहर निकलना लोकां वल्लों दुश्वार कीता गया। 3 सालां पिछों आखिरकार उसनूं कोर्ट वल्लों बेकसूर ऐलान दिता गया। पर इंटरनेट ने रोहन नूं कदे भी माफ़ नहीं किया। अज भी रोहन नूं जे आपां सर्च करिए तो उसकी बदनामी के आर्टिकल्स ते वीडियोस मिल जांदियां ने। दूजे पासे बुरे फाइनैंशियल लॉसिस कारण बर्च कॉफ़ी हाउस के मालक वल्लों कॉफ़ी हाउस बंद कर दिता गया। 15 बेकसूर लोग जिन्हां दा रोटी पानी उत्थे काम करके चलदा सी उन्हां दीआं जॉब्स चलियां गईयां। की पता विचारियां दे किन्ने परिवारक मैंबर्स होण ते उन्हां दे घरां दा की बणिया होवे, क्योंकि इंटरनेट या सोशल मीडिया ने कदे भी इस गल की कदे पड़ताल नहीं की। तो जे कोई सामने आया भी तो वो ये कि मैरी अते उसदियां फ्रेंड्स मशहूर होने लई इदां दीयां स्टोरीज़ अक्सर अपलोड करदियां रहिंदियां सन। मैरी नूं एज अ जर्नलिस्ट एक जॉब भी ऑफर हुई जिथों इन्हां ही इल्ज़ामां करके उसनूं बाद विचों कढ दिता गया। सोशल मीडिया का हुण की रिएक्शन सी, तुसीं हैरान हो जावोगे कि सोशल मीडिया के 3 साल पहलां बनाए गए स्टार्स नूं अज सोशल मीडिया विलन बना चुका सी। इन्हां सच्चियां कहानियां तो सानूं ये समझण दी लोड़ है कि हर वार वो सच नहीं हुंदा जो सानूं सच जापदा है। अपने कोले अपने इंडियन कॉन्स्टिट्यूशन की देन साडियां लीगल बॉडीज़ ने जो प्रोफैशनल्स वालों मैनेज कीतियां जांदियां ने, जिन्हां ने कई साल पढ़ाई कीती हुंदी है, जो स्पैशलिस्ट हुंदे ने सच झूठ नूं समझण विच, जो दोनों धिरां नूं समझ के टाइम पा के विचारते हैं। सानू अपनियां लीगल बॉडीज़ उपर विश्वास रखना चाहिए है तो कदे भी इमोशनली हाइपर रिएक्टिव होकर फैसला नहीं लेना चाहिए। हुण गलत किसनूं कहोगे, महक नूं जिसने अपना गुस्सा उतारन लई फेसबुक के उपर पोस्ट पा दी, रोहन नूं जिसने एक लड़की नाल चौंक दे विच बहस की, या अपनी सोसाइटी नूं जिसने धीआं दे हक्कां लई मोर्चा खोलिया, या पुलिस प्रशासन नूं जिन्हां ने मजबूरी दे विच FIR कर दी क्योंकि पोलीटिकल प्रैशर बन रहा सी उन्हां उपर इनएक्शन का, या पोलीटिकल लीडर्स नूं जिन्हां दे इलैक्शनस नेड़े आ रहे सी ते उन्हां दा पार्टी नूं जिताउणा हर हाल विच फर्ज बनदा सी। देखिया जावे तां सारिਆਂ ने अपना अपना रोल निभाया कहानी नूं उस दर ते लैके जाण लई जिथे ये पहुंची। सो किसी गल नूं सुण के इमोशनली मूव होकर फैसला लैण लगे आपां नूं ये विचार जरूर कर लेना चाहिए है कि परमात्मा ने आपां नूं 2 ਕੰਨ 2 ਅੱਖਾਂ 1 ਜ਼ੁਬਾਨ शायद इसे लिए दिती है कि गल नूं 2 बार समझिए
2 ਵਾਰ ਵਿਚਾਰੀਏ ਤੇ 1 ਵਾਰ ਬੋਲੀਏ। ਇਸ ਲਈ ਸੈਲਫ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ। ਸਵੈ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਕਿਸੇ ਵੀ ਫੈਸਲੇ ਤੇ ਪਹੁੰਚਣ ਤੋਂ ਪਹਿਲਾਂ ਕਹਾਣੀ ਨੂੰ ਕਈ ਪਹਿਲੂਆਂ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇਹ ਸੈਲਫ ਐਨਾਲਿਸਿਸ ਬੱਚਿਆਂ ਦੇ ਅੰਦਰ ਭਰਨ ਲਈ ਹੀ ਆਪਾਂ ਇਹ ਸੋਸ਼ਲ ਐਂਡ ਇਮੋਸ਼ਨਲ ਲਰਨਿੰਗ ਦੀਆਂ ਵੀਡੀਓਜ਼ ਦੀ ਸ਼ੁਰੂਆਤ ਕੀਤੀ ਹੈ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਬੱਚਿਆਂ ਨਾਲ ਜ਼ਰੂਰ ਵਿਚਾਰੋਗੇ ਅਤੇ ਹੇਠਾਂ ਦਿੱਤੇ ਗਏ ਕੁਐਸਚਨਸ ਦੇ ਆਨਸਰਸ ਲਿਖਣ ਲਈ ਬੱਚਿਆਂ ਦੀ ਮਦਦ ਕਰੋਗੇ। ਧੰਨਵਾਦ ਸਾਰਿਆਂ ਦਾ।